नानक पद पंकज बंदन पद पंकज बंदना सिमरो अंगद दोख निकंदना अमरदास गुर हृदय ध्यावो हृदय ध्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु ते प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए चौपई रहन लगे गत दातल मंडी जिनकी कीरत कर कर मंडी जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੇ ਸਤਿਕਾਰਯੋਗ ਸਤਸੰਗੀ ਜਨੋ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਅਸੀਂ ਪਿਛਲੇ ਦੀਵਾਨਾਂ ਦੇ ਅੰਦਰ ਅਧਿਆਏ 23ਵੇਂ ਦੇ ਪ੍ਰਸੰਗ ਦੀ ਸਮਾਪਤੀ ਕੀਤੀ ਸੀ ਤੇ ਅੱਜ ਦੇ ਇਹਨਾਂ ਦੀਵਾਨਾਂ ਦੇ ਅੰਦਰ ਅਸੀਂ 24ਵੇਂ ਅਧਿਆਏ ਦਾ ਪ੍ਰਸੰਗ ਆਰੰਭ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਸੁਪਤਨੀ ਦੇ ਨਾਲ ਤਲਵੰਡੀ ਨਗਰ ਦੇ ਵਿਖੇ ਆਏ ਹੋਏ ਸਨ ਤੇ ਇਸ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ ਕਿ ਤਲਵੰਡੀ ਨਗਰ ਤੋਂ ਵਾਪਸ ਸੁਲਤਾਨਪੁਰ ਦੀ ਧਰਤੀ ਪਹੁੰਚ ਕੇ ਕਿਵੇਂ ਆਪਣੇ ਕੰਮ ਕਾਜ ਫਿਰ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਭਾਲਣਾ ਕਰਦੇ ਨੇ। ਆਓ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਚੌਪਈ ਰਹਿਣ ਲੱਗੇ ਗਤ ਦਾਤਲ ਮੰਡੀ ਜਿਨ ਕੀ ਕੀਰਤ ਕਰ ਕਰ ਮੰਡੀ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕਥਾ ਸੁਣਾਉਂਦੇ ਨੇ। ਪਿਛਲੇ ਪ੍ਰਸੰਗ ਦੇ ਵਿੱਚ ਵੀ ਇਹ ਵਿਚਾਰਾ ਸਰਵਣ ਕਰ ਚੁੱਕੇ ਹਾਂ ਕਿ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਕਿ ਹੇ ਬਾਦਸ਼ਾਹ ਜੀ, ਮੈਨੂੰ ਬੇਸ਼ੱਕ ਤਲਵੰਡੀ ਨਗਰ ਨਾਲ ਜਾਣ ਦਾ ਸਬੱਬ ਨਹੀਂ ਮਿਲਿਆ, ਪਰ ਮੈਂ ਫਿਰ ਵੀ ਜਿਸ ਤਰ੍ਹਾਂ ਵੱਡਿਆਂ ਦੇ ਕੋਲੋਂ ਜਾਂ ਨਗਰ ਦੇ ਲੋਕਾਂ ਦੇ ਕੋਲੋਂ ਉਹ ਕਥਾ ਵਾਰਤਾ ਸੁਣੀ ਸੀ, ਜੋ ਕੁਝ ਤਲਵੰਡੀ ਨਗਰ ਵਿੱਚ ਵਾਪਰਿਆ ਮੈਂ ਆਪ ਜੀ ਦੇ ਨਾਲ ਉਹ ਸਾਂਝਾ ਕਰਦਾ। ਇਸੇ ਤਰ੍ਹਾਂ ਹੁਣ ਭਾਈ ਬਾਲਾ ਜੀ
ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਆਖਦੇ ਨੇ, ਰਹਿਣ ਲੱਗੇ ਗੱਤ ਦਾ ਤਲਵੰਡੀ। ਗੱਤ ਦਾ ਭਾਵ ਮੁਕਤੀ ਦੇ ਦਾਤੇ। ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਤਲਵੰਡੀ ਦੀ ਧਰਤੀ ਉੱਤੇ ਰਹਿਣ ਲੱਗੇ ਨੇ। ਜਿਨ ਕੀ ਕੀਰਤ ਘਰ ਘਰ ਮੰਡੀ, ਵੇ ਜਿਨ੍ਹਾਂ ਦੀ ਕੀਰਤੀ, ਜਿਨ੍ਹਾਂ ਦਾ ਜਸ ਹਰ ਘਰ ਦੇ ਵਿੱਚ ਫੈਲਿਆ ਹੋਇਆ ਹੈ। ਮਣਜ ਪਰਸਪਰ ਮਿਲੇ ਸਰਾਹੇ, ਮੋਹਰ ਮੋਹ ਸ੍ਰੀ ਗੁਣ ਅਵਗਾਹੇ। ਤੇ ਮਨੁੱਖ ਲਗਾਤਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆ ਕੇ ਤਲਵੰਡੀ ਨਗਰ ਦੇ ਵਿੱਚ ਮਿਲਦੇ ਨੇ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ। ਕਹਿੰਦੇ ਉੱਥੇ ਨਾਲ ਹੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੇ ਆਪਣੇ ਜੀਵਨ ਦੇ ਅੰਦਰ ਗੁਣ ਧਾਰਨ ਕੀਤੇ ਹੋਏ ਨੇ ਨਾ, ਉਹਨਾਂ ਗੁਣਾਂ ਦੇ ਉੱਤੇ ਬਾਰ-ਬਾਰ ਵਿਚਾਰ ਚਰਚਾ ਵੀ ਕਰਦੇ ਹਨ। ਮਧੁਰ ਬਚਨ ਜਿਹੇ ਮ੍ਰਿਦਲ ਸੁਭਾਉ, ਮਦ ਤੇ ਆਦ ਕੁਕਰਮ ਨ ਕਹੂ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਬੋਲ ਬਾਣੀ ਹੈ, ਸੁਭਾਅ ਬਹੁਤ ਮਿੱਠ ਬੋਲੜਾ ਹੈ, ਬੜਾ ਕੋਮਲ ਸੁਭਾਅ ਹੈ। ਮਦ ਤੇ ਆਦ ਕੁਕਰਮ ਨ ਕਾਊ, ਤੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹੰਕਾਰ ਨਹੀਂ। ਕਿਉਂਕਿ ਆਮ ਤੌਰ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਵੀ ਜੇਕਰ ਗੱਲ ਕਰੀਏ ਨਾ, ਜੇਕਰ ਕੋਈ ਕਿਸੇ ਨੂੰ ਕੋਈ ਆਦਰ ਮਾਣ ਦੇਣ ਲੱਗ ਜਾਵੇ, ਕੋਈ ਸਤਿਕਾਰ ਕਰਦਾ, ਤਾਂ ਬੜੀ ਛੇਤੀ ਹੰਕਾਰਾਂ ਦਾ ਭਾਈ ਮੇਰੇ ਵਰਗਾ ਤਾਂ ਕੋਈ ਦੁਨੀਆ ਦੇ ਉੱਤੇ ਬੰਦਾ ਹੀ ਨਹੀਂ ਹੈ। ਤੇ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਅਨੇਕਾਂ ਲੋਕ ਚੱਲ ਕੇ ਆਉਂਦੇ ਨੇ, ਜਿੱਥੇ ਉਹਨਾਂ ਦੇ ਦੁੱਖਾਂ ਦਾ ਨਾਸ਼ ਹੁੰਦਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਬਚਨ ਸਰਵਣ ਕਰਦੇ ਨੇ, ਉਪਦੇਸ਼ ਧਾਰਨ ਕਰਦੇ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇੰਨੀ ਵਡਿਆਈ ਹੋਣ ਦੇ ਬਾਵਜੂਦ ਵੀ ਕਵੀ ਜੀ ਆਖਦੇ ਨੇ ਕਿ ਉਹਨਾਂ ਦੇ ਜੀਵਨ ਦੇ ਵਿੱਚ ਰੱਤੀ ਭਰ ਵੀ ਹੰਕਾਰ ਨਹੀਂ ਹੈ। ਔਰ ਉਧਾਰ ਮਤ ਸੰਤ ਸਚੀਲਾ, ਕਰੁਣਾਵਾਨ ਸਰੂਪ ਛਬੀਲਾ। ਤੇ ਕਹਿੰਦੇ ਜਿਹੜਾ ਉਹਨਾਂ ਦਾ ਚਿੱਤ ਹੈ ਨਾ, ਮਨ ਹੈ, ਉਹ ਹਮੇਸ਼ਾ ਹੀ ਲੋਕਾਂ ਲਈ ਉਦਾਰ ਕਰਦਾ, ਲੋਕਾਂ ਦੇ ਲਈ ਭਲਾ ਹੀ ਸੋਚਦਾ। ਮਨ ਚਿੱਤ ਦੇ ਵਿੱਚ ਇਹ ਵਿਚਾਰ ਚੱਲਦੇ ਰਹਿੰਦੇ ਨੇ ਕਿ ਦੁਨੀਆ ਦੇ ਵਿੱਚ ਭਲਾ ਕੀਤਾ ਜਾਵੇ, ਚੰਗਾ ਕੀਤਾ ਜਾਵੇ। ਤੇ ਨਾਲ ਹੀ ਨਾਲ ਕਹਿੰਦੇ ਉਹਨਾਂ ਦਾ ਜਿਹੜਾ ਸੁਭਾਅ ਹੈ ਸੰਤਾਂ ਵਰਗਾ ਹੈ ਤੇ ਸੁਸ਼ੀਲ ਸੁਭਾਅ ਹੈ, ਕਰੁਣਾਵਾਨ ਸਰੂਪ ਛਬੀਲਾ, ਤੇ ਪ੍ਰੇਮਮਈ ਸੁੰਦਰ ਛਬੀਲਾ ਸਰੂਪ ਹੈ। ਵਿਸ਼ੇ ਬਾਸਨਾ ਕੀ ਜਰ ਨਾਸੀ, ਹਰਖ ਸ਼ੋਕ ਤੇ ਹਿਰਦਾ ਉਦਾਸੀ। ਇਸੇ ਤਰ੍ਹਾਂ ਕਹਿੰਦੇ ਵਿਸ਼ੇ ਬਾਸਨਾ ਦੀ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੀ ਕੋਈ ਵਿਚਾਰ ਨਹੀਂ ਹੈ, ਕਿਸੇ ਵੀ ਤਰ੍ਹਾਂ ਦੀ ਬਾਸਨਾ ਨਹੀਂ ਹੈ। ਤੇ ਖੁਸ਼ੀ ਗਮੀ ਤੋਂ ਉਹਨਾਂ ਦਾ ਹਿਰਦਾ ਬਿਲਕੁਲ ਨਿਰਲੇਪ ਹੈ। ਜਿਸ ਕਾਰਜ ਦੇ ਵਾਸਤੇ ਇਸ ਧਰਤੀ ਦੇ ਉੱਤੇ ਉਹਨਾਂ ਨੇ ਅਵਤਾਰ ਧਾਰਨ ਕੀਤਾ ਹੈ ਨਾ, ਉਸ ਕਾਰਜ ਦੇ ਵਿੱਚ ਨਾ ਹੀ ਕੋਈ ਖੁਸ਼ੀ ਵਿਘਨ ਪਾ ਸਕਦੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਗਮੀ ਉਹਨਾਂ ਨੂੰ ਉਸ ਪੰਥ ਤੋਂ ਥਿੜਕਾ ਸਕਦੀ ਹੈ। ਔਰ ਸੁਲਤਾਨੇ ਜਾਹੇ ਕਮਾਈ, ਕਰੀ ਅਦਕ ਜਿਹ ਟੋਟ ਨਾ ਕਾਈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਹਿੰਦੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰਹਿ ਕੇ ਜਿਹੜੀ ਕਮਾਈ ਕੀਤੀ ਸੀ ਨਾ, ਜਿੰਨੇ ਵੀ ਪੈਸੇ ਵੱਧ ਨਿਕਲਦੇ ਸਨ, ਉਹ ਸਾਰੇ ਦੇ ਸਾਰੇ ਪੈਸੇ ਹੀ ਸਮਾਜ ਦੇ ਵਿੱਚ ਭਲੇ ਕਾਰਜਾਂ ਦੇ ਵਾਸਤੇ ਖਰਚ ਕੀਤੇ ਸਨ। ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਹੁਣ ਕੋਈ ਤੋਟ ਨਹੀਂ ਆ ਰਹੀ ਸੀ। ਦਿਓ ਦਾਨ ਦੀਨਣ ਤਨ ਪੂਰੀ, ਪਸਰੀ ਕੀਰਤ ਜਹ ਤਹਿਰੂਰੀ। ਤੇ ਕਹਿੰਦੇ ਗਰੀਬਾਂ ਨੂੰ ਬਹੁਤ ਦਾਨ ਦੇ ਰਹੇ ਨੇ, ਹਰ ਥਾਂ ਦੇ ਉੱਤੇ ਹੀ ਉਹਨਾਂ ਦੀ ਸੁੰਦਰ ਕੀਰਤੀ ਫੈਲੀ ਹੋਈ ਹੈ, ਸੁੰਦਰ ਜਸ ਫੈਲਿਆ ਹੋਇਆ ਹੈ। ਆਸ ਪ੍ਰਕਾਰ ਨੇ ਜਸ ਵਿਸਤਾਰਾ, ਬਸੇ ਮਾਸ ਇੱਕ ਮੋਖ ਉਦਾਰਾ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਵਡਿਆਈਆਂ ਦਾ ਜਸ ਪੂਰੇ ਨਗਰ ਦੇ ਵਿੱਚ ਫੈਲਿਆ ਹੋਇਆ ਹੈ। ਨਗਰ ਦੇ ਲੋਕ ਸ਼ਲਾਘਾ ਕਰਦੇ ਨੇ, ਵਡਿਆਈਆਂ ਕਰਦੇ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੁਕਤੀ ਦੇ ਦਾਤੇ ਕਹਿੰਦੇ ਪੂਰਾ 1 ਮਹੀਨਾ ਤਲਵੰਡੀ ਨਗਰ ਦੇ ਵਿੱਚ ਰਹੇ ਹਨ। ਉਨ ਗਮਨਨ ਕੀ ਨੀ ਤਿਆਰੀ, ਮਿਲਨ ਬੁਲਾ ਰਹੇ ਪ੍ਰੀਤ ਵਿਚਾਰੀ। ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ 1 ਮਹੀਨਾ ਤਲਵੰਡੀ ਨਗਰ ਰਹਿਣ ਤੋਂ ਬਾਅਦ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਵਾਪਸ ਜਾਣ ਦੀ ਤਿਆਰੀ ਕੀਤੀ ਹੈ। ਤੇ ਮਨ ਦੇ ਵਿੱਚ ਵਿਚਾਰ ਆਇਆ ਕਿ ਰਾਏ ਬੁਲਾਰ ਜੀ ਨੂੰ ਮਿਲਿਆ ਜਾਵੇ, ਉਹਨਾਂ ਦੇ ਨਾਲ ਵਿਚਾਰ ਕੀਤੇ ਜਾਣ। ਹੁਤੋ ਇੱਕ ਗੰਤ ਤਵੇ ਅਵਨੀਪਾ, ਸਾਦਰ ਵੈਸੇ ਜਾਏ ਸਮੀਪਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਰਾਏ ਬੁਲਾਰ ਜੀ ਦੇ ਕੋਲ ਜਾਂਦੇ ਨੇ ਨਾ,
ਤਾਂ ਦੇਖਦੇ ਨੇ ਕਿ ਰਾਏ ਗੁਲਾਰ ਜੀ ਇਕੱਲੇ ਬੈਠੇ ਨੇ ਇਕਾਂਤ ਵਸ। ਤੇ ਫਿਰ ਉਸ ਅਸਥਾਨ ਦੇ ਉੱਤੇ ਜਾ ਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਏ ਗੁਲਾਰ ਜੀ ਦੇ ਕੋਲ ਬੜੇ ਆਦਰ ਸਤਿਕਾਰ ਦੇ ਨਾਲ ਜਾ ਕੇ ਵਿਰਾਜਮਾਨ ਹੁੰਦੇ ਹਨ। ਹਾਥ ਬੰਦ ਬਚ ਬਦਤ ਬੁਲਾਰਾ, ਪਰਮ ਲਾਭ ਮੁਝ ਦਰਸ ਤੁਮਾਰਾ। ਤੇ ਰਾਏ ਗੁਲਾਬ ਜੀ ਨੇ ਕਹਿੰਦੇ ਅੱਗੋਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ ਤੇ ਬਚਨ ਉਚਾਰਨ ਕੀਤੇ ਨੇ। ਕਹਿੰਦੇ ਮੇਰੇ ਭਾਗ ਚੰਗੇ ਨੇ, ਧੰਨ ਭਾਗ ਨੇ ਮੇਰੇ, ਵੱਡਿਆਂ ਭਾਗਾਂ ਵਾਲਾ ਆ ਮੈਂ ਕਿ ਤੁਹਾਡੇ ਦਰਸ਼ਨ ਹੋਏ ਹਨ। ਗਿਆਨ ਸ਼ਿਰੋਮਨ ਕਿਰਪਾ ਨਿਦਾਨਾ, ਕਲਾਵਾਨ ਕਲ ਬਿਨ ਗੁਣ ਖਾਨਾ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ ਨੇ, ਜਿੱਥੇ ਇਹ ਵਚਨ ਉਚਾਰਨ ਕੀਤੇ ਨੇ ਕਿ ਮੈਂ ਵੱਡਿਆਂ ਭਾਗਾਂ ਵਾਲਾ, ਚੰਗਿਆਂ ਕਰਮਾਂ ਵਾਲਾ ਤੁਹਾਡੇ ਦਰਸ਼ਨ ਹੋਏ ਨੇ। ਤੇ ਨਾਲ ਹੀ ਨਾਲ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿਫਤ ਕਰਦਿਆਂ ਰਾਏ ਗੁਲਾਰ ਜੀ ਨੇ ਕੁਝ ਗੁਣਾਂ ਦਾ ਵਰਣਨ ਕੀਤਾ। ਆਖਦੇ ਨੇ ਕਿ ਤੁਸੀਂ ਸ਼੍ਰੋਮਣੀ ਗਿਆਨਵਾਨ ਹੋ, ਤੁਸੀਂ ਕਿਰਪਾ ਨਿਧਾਨ ਹੋ, ਕਲਾਵਾਨ ਹੋ, ਕਲਪਨਾ ਰਹਿਤ ਹੋ। ਕਹਿੰਦੇ ਤੁਸੀਂ ਤਾਂ ਗੁਣਾਂ ਦੀ ਖਾਨ ਹੋ। ਬਸਿਓ ਰਹਿਤ ਮੈਂ ਜਗਤ ਕਲੇਸ਼ੂ, ਰਾਵਰ ਕੀ ਲਾਲਸ ਉਪਦੇਸ਼ੂ। ਤੇ ਕਹਿੰਦੇ ਅਸੀਂ ਤਾਂ ਕਲਯੁਗੀ ਜੀਵ ਹਾਂ ਤੇ ਜਗਤ ਦੇ ਕਲੇਸ਼ਾਂ ਦੇ ਵਿੱਚ ਹੀ ਫਸੇ ਰਹਿੰਦੇ ਆ। ਸਾਨੂੰ ਨਹੀਂ ਕੁਝ ਵੀ ਪਤਾ ਵੀ ਇਹਨਾਂ ਕਲੇਸ਼ਾਂ ਤੋਂ ਛੁਟਕਾਰਾ ਕਿਵੇਂ ਹੋਣਾ, ਕਿਵੇਂ ਇਹਨਾਂ ਦੁੱਖਾਂ ਤੋਂ ਸਾਡਾ ਛੁਟਕਾਰਾ ਹੋਵੇ। ਕਹਿੰਦੇ ਸਾਡੇ ਮਨ ਦੇ ਵਿੱਚ ਕੇਵਲ ਤੇ ਕੇਵਲ ਤੁਹਾਡੇ ਵਿਚਾਰ, ਤੁਹਾਡੇ ਉਪਦੇਸ਼ ਸੁਣਨ ਦੀ ਲਾਲਸਾ ਹੈ। ਕਰਤ ਕਿਉ ਨਾ ਮੁਝ ਲਖ ਅਧਿਕਾਰੀ, ਕਟੋ ਨਾ ਬੰਧਨ ਸ਼ਰਨ ਤੁਮਾਰੀ। ਤੇ ਹੁਣ ਰਾਏ ਗੁਲਾਰ ਜੀ ਆਖਦੇ ਨੇ ਕਿ ਮੈਨੂੰ ਅਧਿਕਾਰੀ ਸਮਝ ਕੇ ਮੇਰੇ ਤੇ ਕਿਰਪਾ ਨਹੀਂ ਕਰੋਗੇ, ਕਿ ਮੇਰਾ ਹੱਕ ਹੈ ਵੀ ਮੈਂ ਤੁਹਾਡੇ ਕੋਲੋਂ ਪੁੱਛ ਸਕਦਾ ਹਾਂ ਵੀ ਕਿਸ ਤਰ੍ਹਾਂ ਇਸ ਕਲੇਸ਼ ਤੋਂ ਬਚਿਆ ਜਾਵੇ, ਕਿਵੇਂ ਸੰਸਾਰ ਸਾਗਰ ਦੇ ਵਿੱਚ ਰਹਿੰਦੇ ਆ ਤੇ ਇਸ ਸਮਾਜ ਦੇ ਵਿੱਚ ਵਿਚਰਦਿਆਂ ਮਾਇਆ ਤੋਂ ਨਿਰਲੇਪ ਕਿਵੇਂ ਹੋਣਾ ਹੈ, ਕਿਵੇਂ ਬਚਿਆ ਜਾ ਸਕਦਾ, ਮੈਨੂੰ ਦੱਸ ਸਕਦੇ ਹੋ। ਤੇ ਇਸੇ ਤਰ੍ਹਾਂ ਆਖਦੇ ਨੇ ਕਟੋ ਨਾ ਬੰਧਨ ਸ਼ਰਨ ਤੁਮਾਰੀ। ਕਹਿੰਦੇ ਹੇ ਪ੍ਰਭੂ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ। ਸ਼ਰਨ ਦੇ ਵਿੱਚ ਆਉਣ ਦਾ ਭਾਵ ਹੁੰਦਾ ਵੀ ਮੈਂ ਆਪਣਾ ਆਪ ਤਿਆਗ ਕੇ ਹੁਣ ਜੋ ਕੁਝ ਵੀ ਤੁਸੀਂ ਆਖੋਗੇ ਉਹਨੂੰ ਮੈਂ ਧਾਰਨ ਕਰਾਂਗਾ। ਅਸੀਂ ਆਖਦੇ ਨਾ ਵੀ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਚੱਲ ਕੇ ਆਏ ਹਾਂ। ਕੱਲਾ ਸਰੀਰ ਦਾ ਆ ਕੇ ਝੁਕਣਾ ਹੀ ਸ਼ਰਨ ਦੇ ਵਿੱਚ ਆਉਣਾ ਨਹੀਂ ਹੁੰਦਾ। ਆਪਣੀ ਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ, ਇਹ ਅਸਲ ਦੇ ਵਿੱਚ ਸ਼ਰਨ ਆਉਣਾ ਹੈ। ਰਾਏ ਗੁਲਾਰ ਜੀ ਆਖਦੇ ਨੇ ਕਿ ਹੇ ਪ੍ਰਭੂ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ, ਤੁਹਾਡਾ ਆਸਰਾ ਤੱਕਿਆ ਹੈ ਤੇ ਕਿਰਪਾ ਕਰੋ, ਸਾਡੇ ਦੇ ਉੱਤੇ ਬਖਸ਼ਿਸ਼ਾਂ ਕਰੋ, ਸਾਨੂੰ ਬੰਧਨਾਂ ਤੋਂ ਬਚਾ ਲਵੋ। ਸੁਨ ਬੋਲੇ ਸ਼੍ਰੀ ਪੰਕਜ ਬਦਨਾ, ਸਿਮਰੋ ਸਤਨਾਮ ਸੁਖ ਸਦਨਾ। ਤੇ ਇਹ ਸੁਣ ਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖੜੇ ਤੋਂ ਕਹਿੰਦੇ ਵਚਨ ਉਚਾਰਨ ਕੀਤੇ ਨੇ। ਆਖਦੇ ਨੇ ਕਹਿੰਦੇ ਸਦਾ ਹੀ ਆਪਣੇ ਜੀਵਨ ਦੇ ਵਿੱਚ ਸਤਨਾਮ ਦਾ ਉਚਾਰਨ ਕਰਨਾ, ਸੱਚੇ ਨਾਮ ਦਾ ਉਚਾਰਨ ਕਰਨਾ, ਸਦਾ ਹੀ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ। ਤੇ ਕਹਿੰਦੇ ਜੋ ਸਭ ਸੁੱਖਾਂ ਦਾ ਦਾਤਾ ਹੈ, ਜਿਸ ਦੇ ਦਰ ਦੇ ਉੱਤੋਂ ਸਾਰੇ ਸੁੱਖਾਂ ਦੀਆਂ ਦਾਤਾਂ ਮਿਲਦੀਆਂ ਨੇ ਨਾ, ਤੁਸੀਂ ਕੇਵਲ ਤੇ ਕੇਵਲ ਉਸ ਦੇ ਨਾਮ ਦਾ ਜਾਪ ਕਰਨਾ ਹੈ। ਲਗਿਓ ਹੁਮਾਓ ਪੰਖ ਜਿਉ ਸੰਗਾ, ਜਬ ਛੂਟੇ ਤਨ ਤੇ ਸੁਖ ਤੰਗਾ। ਤੇ ਹੁਣ ਇੱਥੇ ਉਦਾਹਰਨ ਵਰਤੀ ਗਈ, ਇੱਕ ਅਲੰਕਾਰ ਵਰਤਿਆ ਗਿਆ। ਆਮ ਤੌਰ ਦੇ ਉੱਤੇ ਅਸੀਂ ਦੇਖਦੇ ਆ ਨਾ ਕਿ ਜਦੋਂ ਤੀਰ ਜਿਹੜਾ ਹੈ ਕਮਾਨ ਦੇ ਉੱਤੇ ਚੜਾਇਆ ਜਾਂਦਾ ਤਾਂ ਉਸ ਤੀਰ ਦੇ ਨਾਲ ਕਿਸੇ ਪੰਛੀ ਦੇ ਜਿਹੜੇ ਨੇ ਉਹ ਖੰਭ ਲੱਗੇ ਹੁੰਦੇ ਨੇ ਤੇ ਉਸ ਪੰਛੀ ਨੂੰ ਆਖਦੇ ਨੇ ਹੁਮਾ ਪੰਛੀ। ਉਹ ਹੁਮੇ ਪੰਛੀ ਦੇ ਜਿਹੜੇ ਖੰਭ ਨੇ ਨਾ ਉਹ ਤੀਰ ਦੇ ਨਾਲ ਲਪੇਟੇ ਜਾਂਦੇ ਨੇ। ਤੇ ਉਸੇ ਹੁਣ ਤੀਰ ਦੀ ਉਦਾਹਰਨ ਵਰਤੀ ਗਈ, ਜਿਹੜੇ ਤੀਰ ਦੇ ਨਾਲ ਖੰਭ ਲਪੇਟੇ ਗਏ ਨੇ ਉਹਨਾਂ ਦੀ ਉਦਾਹਰਨ ਵਰਤ ਕੇ ਸਮਝਾਉਣਾ ਕੀਤਾ ਹੈ ਕਿ ਕਹਿੰਦੇ ਜਿਵੇਂ ਤੀਰ ਦੇ ਉੱਤੇ ਹੁਮਾ ਪੰਛੀ ਦੇ ਖੰਭ ਲੱਗੇ ਹੁੰਦੇ ਨੇ ਤੇ ਇਸੇ ਤਰ੍ਹਾਂ ਕਹਿੰਦੇ ਜਦੋਂ ਤੀਰ ਨੂੰ ਕਮਾਨ ਦੇ ਉੱਤੇ ਚੜ੍ਹਾ ਕੇ ਤੰਦੀ ਖਿੱਚ ਕੇ ਤੀਰ ਨੂੰ ਅਸਮਾਨ ਦੇ ਵਿੱਚ ਛੱਡਿਆ ਜਾਂਦਾ ਹੈ ਤਾਂ ਕਹਿੰਦੇ ਇਹ ਤੀਰ ਵੀ ਹੁਮਾ ਦੇਸ਼ ਵਿੱਚ ਪਹੁੰਚ ਜਾਂਦਾ ਹੈ। ਭਾਵ ਉਹ ਜਿੱਥੇ ਪੰਛੀਆਂ ਦਾ ਰਹਿਣ ਬਸੇਰਾ ਹੈ ਨਾ, ਤੇ ਇਸ ਤੀਰ ਨੂੰ ਜਿਹੜੇ ਖੰਭ ਲੱਗੇ ਸੀ, ਤੀਰ ਨੂੰ ਵੀ ਇਹ ਮਹਿਸੂਸ ਹੋ ਗਿਆ ਵੀ ਭਾਈ ਮੈਂ ਤਾਂ ਉਸ ਦੇਸ਼ ਦੇ ਵਿੱਚ ਪਹੁੰਚ ਗਿਆ, ਮੇਰਾ ਵੀ ਇਹਨਾਂ ਪੰਛੀਆਂ ਦੇ ਦੇਸ਼ ਦੇ ਵਿੱਚ ਵਾਸਾ ਹੋ ਗਿਆ ਹੈ। ਪਰ ਕੇ ਭਲ ਕਰ ਹੋਤ ਉਡਾਓ, ਪਹੁੰਚੇ ਸੋ ਜਹ ਦੇਸ਼ ਹਮਾਓ। ਤੇ ਕਹਿੰਦੇ ਖੰਭਾਂ ਦੀ ਤਾਕਤ ਕਰਕੇ ਉਹ ਇੱਕ ਲੱਕੜੀ ਦਾ ਕਾਨਾ ਵੀ ਹਵਾ ਦੇ ਵਿੱਚ ਉਡਾਰੀਆਂ ਮਾਰ ਰਿਹਾ
ਉਸ ਹੁਮਾ ਪੰਛੀਆਂ ਦੇ ਦੇਸ਼ ਦੇ ਵਿੱਚ ਪਹੁੰਚ ਗਿਆ ਤੇ ਇਸ ਕਰਕੇ ਉਹ ਫਿਰ ਹੁਣ ਕਹਿੰਦੇ ਵਾਪਸ ਧਰਤੀ ਦੇ ਉੱਤੇ ਆਉਣ ਦਾ ਨਾਮ ਹੀ ਨਹੀਂ ਲੈ ਰਿਹਾ। ਬੋਹਰ ਨ ਆਏ ਪਰੇ ਕਬ ਤਰਨੀ, ਤੈ ਸਿਰੀਤ ਨਾਮ ਕੀ ਬਰਨੀ। ਕਹਿੰਦੇ ਉਹ ਹਵਾ ਦੇ ਵਿੱਚ ਉੱਡਦਾ ਜਾਂਦਾ ਤੀਰ ਤੇ ਕਦੇ ਵੀ ਧਰਤੀ ਦੇ ਉੱਤੇ ਵਾਪਸ ਆਉਣ ਦਾ ਮਨ ਹੀ ਨਹੀਂ ਕਰਦੇ ਹਨ। ਤੇ ਉਹ ਜਿੰਨੀ ਜ਼ੋਰ ਦੇ ਨਾਲ, ਜਿੰਨੀ ਤਾਕਤ ਦੇ ਨਾਲ ਅਸੀਂ ਛੱਡਾਂਗੇ ਨਾ, ਉਹ ਉਨੀ ਉਤਾਂਹ ਨੂੰ ਜਾਂਦਾ, ਉਨਾ ਹੀ ਉਹ ਆਪਣੀ ਮੰਜ਼ਿਲ ਵੱਲ ਨੂੰ ਵੱਧਦਾ ਜਾਂਦਾ। ਇਸੇ ਤਰ੍ਹਾਂ ਕਹਿੰਦੇ ਇਹ ਨਾਮ ਦੀ ਰੀਤੀ ਵੀ ਜਿਹੜੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਵਰਣਨ ਕੀਤੀ ਹੈ। ਇੱਕ ਚਿਤ ਸਿਮਰੇ ਜੇ ਦਿਨ ਰਾਤੀ, ਛੂਟੇ ਦੇਤ ਹੋਏ ਸਗਾਤੀ। ਕਹਿੰਦੇ ਜਿਹੜੇ ਮਨੁੱਖ ਇੱਕ ਚਿੱਤ ਹੋ ਕੇ, ਇੱਕ ਮਨ ਹੋ ਕੇ ਉਸ ਹਰੀ ਪਰਮਾਤਮਾ ਦੇ ਨਾਮ ਦਾ ਜਾਪ ਦਿਨ ਰਾਤ ਕਰਦੇ ਰਹਿੰਦੇ ਨੇ ਨਾ, ਤਾਂ ਉਹਨਾਂ ਦਾ ਇਸ ਸਰੀਰ ਦੇ ਵਿੱਚੋਂ ਛੁਟਕਾਰਾ ਹੋ ਜਾਂਦਾ। ਭਾਵ ਉਹ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਨੇ, ਉਹ ਮੁਕਤ ਹੋ ਜਾਂਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਨਾਮ ਉਸ ਦਾ ਸੰਗੀ ਹੋਵੇਗਾ। ਹੁਣ ਇੱਥੇ ਇੱਕ ਗੱਲ ਵਿਚਾਰਨ ਵਾਲੀ ਹੋਰ ਹੈ। ਆਮ ਤੌਰ ਦੇ ਉੱਤੇ ਅਸੀਂ ਬਾਣੀ ਪੜ੍ਹਦੇ ਹਾਂ, ਜਾਪ ਕਰਦੇ ਹਾਂ, ਸਾਨੂੰ ਗੁਰੂ ਨੇ ਵੀ ਇਹ ਉਪਦੇਸ਼ ਕੀਤਾ ਵੀ ਭਾਈ ਅੱਠੇ ਪੈਰ ਤੁਹਾਡੀ ਸੁਰਤ ਦੇ ਵਿੱਚ ਇਹ ਰੱਬੀ ਸਿਫਤ ਸਲਾਹ ਦੀ ਬਾਣੀ ਤੁਹਾਡੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ। ਚਾਹੇ ਤੁਸੀਂ ਕਿਸੇ ਵੀ ਅਸਥਾਨ ਦੇ ਉੱਤੇ ਕਿਹੋ ਜਿਹਾ ਮਰਜ਼ੀ ਕਾਰਜ ਕਰਦੇ ਹੋਵੋ, ਤੁਹਾਨੂੰ ਆਪਣੇ ਸਿਧਾਂਤ ਦਾ ਪਤਾ ਹੋਣਾ ਚਾਹੀਦਾ। ਤੁਹਾਨੂੰ ਪ੍ਰੀਤ ਜਿਹੜੀ ਹੈ ਉਹ ਪਰਮਾਤਮਾ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ। ਪਰ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਰਾਏ ਗੁਲਾਰ ਜੀ ਨੂੰ ਉਪਦੇਸ਼ ਦਿੱਤਾ ਵੀ ਭਾਈ ਇੱਕ ਮਨ, ਇੱਕ ਚਿੱਤ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਨਾ। ਭਾਵ ਅਸੀਂ ਕਿਤੇ ਇਹ ਡੀਲ ਨਹੀਂ ਕਰਨੀ ਵੀ ਜੇਕਰ ਮੈਂ ਪਾਠ ਕਰਾਂ ਤਾਂ ਮੇਰੇ ਇੰਨੇ ਪਾਠ ਕਰਨ ਦੇ ਨਾਲ ਮੇਰਾ ਇਹ ਕਾਰਜ ਸਵਰ ਜਾਵੇ। ਕਹਿੰਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਇੱਛਾ ਲੈ ਕੇ, ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਲਾਲਸਾ ਲੈ ਕੇ ਸਿਮਰਨ ਨਹੀਂ ਕਰਨਾ। ਇਹ ਸਾਰਾ ਕੁਝ ਤਿਆਗ ਕੇ, ਇਹ ਸਾਰਾ ਕੁਝ ਛੱਡ ਕੇ ਕੇਵਲ ਤੇ ਕੇਵਲ ਜਦੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋਗੇ, ਬਾਣੀ ਦਾ ਜਾਪ ਕਰੋਗੇ, ਚੇਤੇ ਰੱਖਣਾ ਤੁਸੀਂ ਆਪ ਹੀ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਵੋਗੇ ਤੇ ਤੁਹਾਡੇ ਜਿਹੜੇ ਕਲੇਸ਼ ਨੇ, ਦੁੱਖ ਨੇ, ਉਹ ਸਾਰੇ ਆਪਣੇ ਆਪ ਹੀ ਉਹਨਾਂ ਤੋਂ ਤੁਹਾਡਾ ਛੁਟਕਾਰਾ ਹੋ ਜਾਵੇਗਾ। ਜਿਹ ਨਾਮੀ ਕੋ ਦੇਸ਼ ਸੁਹਾਵਨਾ, ਤਹਾਂ ਕਰੇ ਬਿਨ ਬਲਮ ਪੁਚਾਵਨਾ। ਤੇ ਇਸੇ ਤਰ੍ਹਾਂ ਕਹਿੰਦੇ ਜਿਵੇਂ ਉਹ ਤੀਰ ਨੂੰ ਹਵਾ ਦੇ ਵਿੱਚ ਛੱਡਿਆ ਸੀ ਨਾ, ਤੇ ਤੀਰ ਨੂੰ ਵੀ ਇਹ ਲੱਗਾ ਵੀ ਮੈਂ ਇਸ ਹੁਮਾ ਪੰਛੀਆਂ ਦੇ ਦੇਸ਼ ਦੇ ਵਿੱਚ ਪਹੁੰਚ ਗਿਆ। ਕਹਿੰਦੇ ਇਸੇ ਤਰ੍ਹਾਂ ਨਾਮ ਜਪਣ ਵਾਲੇ ਜਿਹੜੇ ਮਨੁੱਖ ਨੇ ਨਾ, ਜਿੱਥੇ ਸਾਧੂਆਂ ਦਾ ਸੰਗ ਹੋਵੇ, ਜਿੱਥੇ ਸਤਿਪੁਰਸ਼ ਰਹਿੰਦੇ ਹੋਣ, ਉਹ ਨਾਮ ਜਪਣ ਵਾਲੇ ਪੁਰਸ਼ ਵੀ ਫਿਰ ਉਸ ਦੇਸ਼ ਦੇ ਵਿੱਚ ਆਪਣੀ ਇੱਛਾ ਦੇ ਅਨੁਸਾਰ ਪਹੁੰਚ ਜਾਂਦੇ ਨੇ। ਭਾਵ ਜਿਸ ਤਰ੍ਹਾਂ ਦਾ ਸਾਡਾ ਸੁਭਾਅ ਬਣ ਜਾਂਦਾ ਨਾ, ਅਸੀਂ ਉਸ ਤਰ੍ਹਾਂ ਦਾ ਆਪਣਾ ਸੰਗ ਲੱਭਦੇ ਹਾਂ। ਜਿਨ੍ਹਾਂ ਦਾ ਹੁਣ ਸਤਸੰਗ ਕਰਨ ਦਾ ਸੁਭਾਅ ਹੈ, ਜਿਨ੍ਹਾਂ ਦਾ ਸੁਭਾਅ ਇਹ ਬਣ ਗਿਆ ਵੀ ਅਸੀਂ ਪਾਠ ਕਰਨਾ, ਉਹ ਕਿਤੇ ਵੀ ਹੋਵੇ ਉਹ ਆਪਣਾ ਜਾ ਕੇ ਉਹ ਆਪਣਾ ਰੋਜ਼ਾਨਾ ਦਾ ਨੇਮ ਨਿਭਾਉਂਦਾ ਹੈ। ਤੇ ਜਿਹੜੇ ਮਨ ਦੇ ਵਿੱਚ ਇਹ ਵਿਚਾਰ ਹੈ ਹੀ ਨਹੀਂ ਵੀ ਮੈਂ ਗੁਰੂ ਦੇ ਲੜ ਲੱਗਣਾ, ਉਹਨੂੰ ਚਾਹੇ ਗੁਰੂ ਘਰ ਵੀ ਬਿਠਾ ਦਿਓ, ਪਰ ਉਸ ਦਾ ਮਨ ਕਿਤੇ ਨਾ ਕਿਤੇ ਬਾਹਰ ਉਡਾਰੀਆਂ ਮਾਰਦਾ ਰਹਿੰਦਾ। ਇਸੇ ਤਰ੍ਹਾਂ ਕਹਿੰਦੇ ਜਿਹੜੇ ਇੱਕ ਮਨ ਹੋ ਕੇ ਬਿਨਾਂ ਕਿਸੇ ਇਸ਼ਾਵਾਂ ਤੋਂ, ਬਿਨਾਂ ਕਿਸੇ ਤ੍ਰਿਸ਼ਨਾ ਦੇ ਅਧੀਨ, ਤੇ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਨੇ, ਤੇ ਕਹਿੰਦੇ ਫਿਰ ਉਹ ਵੀ ਇਹੋ ਜਿਹੇ ਸਤ ਸੰਗੀਆਂ ਦੇ ਦੇਸ਼ ਦੇ ਵਿੱਚ ਜਾ ਅੱਪੜਦੇ ਹਨ। ਬੋਹਰ ਨ ਜਗ ਮੈਂ ਭਾਵੇ ਦੇਹੀ, ਸਤ ਨਾਮ ਕੇ ਭੇਜੋ ਸੁਨੇਹੀ। ਤੇ ਫਿਰ ਕਹਿੰਦੇ ਇਹ ਜਗਤ ਦੇ ਵਿੱਚ ਜਿਹੜਾ ਆਉਣ ਜਾਣ ਲੱਗਾ ਹੋਇਆ ਨਾ ਮਨੁੱਖ ਦਾ, ਮਨੁੱਖ ਆਤਮਾ ਕਰਕੇ ਵੀ, ਮਨ ਕਰਕੇ ਵੀ, ਉਸ ਦੇ ਮਨ ਦੇ ਵਿੱਚ ਰੋਜ਼ਾਨਾ ਪਤਾ ਨਹੀਂ ਕਿੰਨੇ ਵਿਚਾਰ ਜਨਮ ਲੈਂਦੇ ਨੇ ਤੇ ਕਿੰਨੇ ਵਿਚਾਰ ਮਰਦੇ ਨੇ। ਤੇ ਕਹਿੰਦੇ ਫਿਰ ਇਹ ਜਿਹੜਾ ਆਉਣ ਜਾਣ ਲੱਗਾ ਹੋਇਆ ਨਾ, ਤੇ ਜਿਹੜਾ ਇਹ ਮਨ ਕਰਕੇ ਵੱਖ-ਵੱਖ ਜੂਨਾਂ ਭੋਗ ਰਿਹਾ ਮਨੁੱਖ, ਤੇ ਇਸ ਪੱਖ ਤੋਂ ਕਹਿੰਦੇ ਉਹਦੀ ਮੁਕਤੀ ਹੋ ਜਾਂਦੀ। ਉਹਦਾ ਮਨ ਫਿਰ ਡਾਵਾਂ ਡੋਲ ਨਹੀਂ ਹੁੰਦਾ, ਮਨ ਅਡੋਲ ਹੋ ਜਾਂਦਾ, ਮਨ ਦਾ ਟਿਕਾ ਬਣ ਜਾਂਦਾ। ਤੇ ਇਸੇ ਤਰ੍ਹਾਂ ਕਹਿੰਦੇ ਸਤਨਾਮ ਕੇ ਭੇਜੋ ਸੁਨੇਹੀ, ਕਿ ਸਤਨਾਮ ਨਾਲ ਜਿਨ੍ਹਾਂ ਦਾ ਸੱਚਾ ਪਿਆਰ ਹੋ ਜਾਂਦਾ ਨਾ, ਫਿਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਛਾ ਨਹੀਂ ਰਹਿ ਜਾਂਦੀ। ਉਹ ਹਮੇਸ਼ਾ ਹੀ ਸਬਰ ਸੰਤੋਖ ਦੇ ਵਿੱਚ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਦੇ ਹਨ। ਸੁਨ ਉਪਦੇਸ਼ ਲਗੀ ਲਿਵ ਨਾਮੂ, ਜਾਗਿਓ ਪਰਮ ਪ੍ਰੇਮ ਅਬਿਰਾਮੂ। ਤੇ ਇਸੇ ਤਰ੍ਹਾਂ ਜਦੋਂ ਹੁਣ ਰਾਏ ਗੁਲਾਰ ਜੀ ਨੇ ਜਿਹੜਾ ਸਵਾਲ ਕੀਤਾ ਸੀ ਪਾਤਸ਼ਾਹ ਜੀ ਨੇ, ਜਿਹੜਾ ਪ੍ਰਸ਼ਨ ਕੀਤਾ ਸੀ ਵੀ ਕਲਯੁਗ ਦੇ ਵਿੱਚੋਂ, ਇਸ ਜਗਤ ਦੇ ਕਲੇਸ਼ ਦੇ ਵਿੱਚੋਂ ਕਿਵੇਂ ਬਚਿਆ ਜਾ ਸਕਦਾ। ਹੁਣ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਆਖਿਆ ਵੀ ਭਾਈ ਪਰਮਾਤਮਾ ਦਾ ਨਾਮ ਜਪਿਆ ਕਰੋ, ਸੱਚੇ ਨਾਮ ਦੇ ਨਾਲ ਆਪਣੀ ਸੁਰਤ ਨੂੰ ਜੋੜਿਓ,
ਤਾਂ ਤੁਹਾਡੇ ਜੀਵਨ ਦਾ ਉਧਾਰ ਹੋ ਸਕਦਾ। ਹੁਣ ਚੇਤੇ ਰੱਖਣਾ, ਅਸੀਂ ਹੁਣ ਤੱਕ ਦੇ 23 ਅਧਿਆਏ ਪ੍ਰਸੰਗ ਜਿਹੜੇ ਨੇ ਉਹ ਸਰਵਣ ਕਰ ਚੁੱਕੇ ਹਾਂ। ਜਿੰਨੇ ਵੀ ਮਨੁੱਖ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਕੁਝ ਨਾ ਕੁਝ ਆਏ ਨੇ, ਚਾਹੇ ਉਹ ਪਾਂਧਾ ਹੋਵੇ, ਚਾਹੇ ਵੈਦ ਹੋਵੇ, ਚਾਹੇ ਮੌਲਵੀ ਹੋਵੇ, ਚਾਹੇ ਪੰਡਿਤ ਹਰਦਿਆਲ ਹੋਵੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਥੋਂ ਤੱਕ ਦੀ ਕਥਾ ਵਿੱਚ ਅਸੀਂ ਇੱਕ ਵਾਰੀ ਵੀ ਇਹ ਪ੍ਰਸੰਗ ਨਹੀਂ ਸਰਵਣ ਕੀਤਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਿਸੇ ਨੂੰ ਆਪਣੇ ਸਰੀਰ ਦੇ ਨਾਲ ਜੋੜਿਆ ਹੋਵੇ। ਭਾਵ ਗੁਰੂ ਸਾਹਿਬ ਜੀ ਨੇ ਸ਼ਬਦ ਨੂੰ ਪ੍ਰਮੁੱਖਤਾ ਦਿੱਤੀ ਹੈ। ਅੱਜ ਦੇ ਸਮੇਂ ਦੇ ਵਿੱਚ ਵੀ ਇਹ ਗੱਲਾਂ ਵਿਚਾਰਨਯੋਗ ਨੇ। ਸਮਾਜ ਦੇ ਵਿੱਚ ਬਥੇਰੇ ਨੇ ਜਿਹੜੇ ਆਪਣੇ ਸਰੀਰ ਦੇ ਨਾਲ ਜੋੜ ਲੈਂਦੇ ਨੇ, ਆਪਣੇ ਸਰੀਰ ਦੀ ਪੂਜਾ ਕਰਵਾਉਂਦੇ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਾਂ 10 ਪਾਤਸ਼ਾਹੀਆਂ ਨੇ ਕਦੇ ਵੀ ਆਪਣੇ ਸਰੀਰ ਦੇ ਨਾਲ ਕਿਸੇ ਨੂੰ ਨਹੀਂ ਜੋੜਿਆ। ਹਾਂ, ਸਿੱਖਾਂ ਨੇ ਸਤਿਕਾਰ ਕੀਤਾ ਵੀ ਸਾਡੇ ਪਾਤਸ਼ਾਹ ਨੇ, ਅਸੀਂ ਸਤਿਕਾਰ ਕਰਦੇ, ਸੀਸ ਝੁਕਾਉਂਦੇ ਹਾਂ, ਪਰ ਗੁਰੂ ਸਾਹਿਬ ਜੀ ਦੇ ਕੋਲੋਂ ਜੇਕਰ ਕਿਸੇ ਨੇ ਉਪਦੇਸ਼ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ, ਉਹ ਕੇਵਲ ਤੇ ਕੇਵਲ ਜਾਂ ਤਾਂ ਰੱਬੀ ਸਿਫਤ ਸਲਾਹ ਕਰਨ ਦੇ ਬਾਰੇ ਪ੍ਰੇਰਿਆ ਗਿਆ, ਕਿਰਦਾਰ ਚੰਗਾ ਘੜਨ ਦੇ ਬਾਰੇ ਪ੍ਰੇਰਿਆ ਗਿਆ, ਜਾਂ ਤਾਂ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲ ਕੇ ਉਸ ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰਨ ਦੇ ਲਈ ਪ੍ਰੇਰਿਆ ਗਿਆ। ਇਸ ਤੋਂ ਉੱਤੇ ਹੋਰ ਕੋਈ ਵੀ ਚਾਰਾ ਨਹੀਂ ਜਿਸ ਦੇ ਨਾਲ ਮਨੁੱਖ ਦਾ ਛੁਟਕਾਰਾ ਹੋ ਸਕੇ। ਸੌਖਾ ਤਰੀਕਾ ਤੇ ਬਸ ਤੁਸੀਂ ਆਪਣਾ ਮਨ ਚਿੱਤ ਟਿਕਾ ਕੇ ਕੇਵਲ ਤੇ ਕੇਵਲ ਪ੍ਰਮਾਤਮਾ ਦੀ ਬੰਦਗੀ ਕਰਨੀ। ਇਸੇ ਤਰ੍ਹਾਂ ਕਹਿੰਦੇ ਹੁਣ ਜਦੋਂ ਰਾਏ ਬੁਲਾਰ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਉਪਦੇਸ਼ ਸਰਵਣ ਕੀਤਾ ਹੈ ਨਾ, ਤਾਂ ਕਹਿੰਦੇ ਰਾਏ ਬੁਲਾਰ ਜੀ ਨੇ ਇਹ ਵਚਨ ਆਪਣੇ ਮਨ ਦੇ ਵਿੱਚ ਧਾਰਨ ਕੀਤੇ ਨੇ। ਉਮਰ ਦੇ ਵਿੱਚ ਰਾਏ ਬੁਲਾਰ ਜੀ ਵੱਡੇ ਨੇ, ਪਰ ਜਿਹਦੇ ਮਨ ਦੇ ਵਿੱਚ ਸਿੱਖਣ ਦੀ ਇੱਛਾ ਹੋਵੇ ਨਾ, ਉਹ ਕਿਤੇ ਇਹ ਨਹੀਂ ਦੇਖਦਾ ਵੀ ਸਿਖਾਉਣ ਵਾਲਾ ਛੋਟਾ ਹੈ ਜਾਂ ਵੱਡਾ ਹੈ। ਜਿਹਦੇ ਮਨ ਦੇ ਵਿੱਚ ਗੁਣ ਧਾਰਨ ਕਰਨ ਦੀ ਇੱਛਾ ਹੋਵੇ ਨਾ, ਇੱਕ ਰੁੜਦੇ ਹੋਏ ਬੱਚੇ ਦੇ ਵਿੱਚੋਂ ਵੀ ਗੁਣ ਧਾਰਨ ਕਰ ਲੈਂਦਾ। ਰਾਏ ਬੁਲਾਰ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਉਪਦੇਸ਼ ਸਰਵਣ ਕੀਤੇ ਨੇ, ਉਹ ਮਨ ਦੇ ਵਿੱਚ ਪੱਕੇ ਕੀਤੇ ਨੇ, ਤੇ ਇਸੇ ਤਰ੍ਹਾਂ ਹੁਣ ਰਾਏ ਬੁਲਾਰ ਜੀ ਦੀ ਕਹਿੰਦੇ ਸੁਰਤ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਈ। ਉਹਨਾਂ ਨੇ ਆਪਣੀਆਂ ਜਿੰਨੀਆਂ ਵੀ ਵਾਧੂ ਦੀਆਂ ਇੱਛਾਵਾਂ ਸਨ, ਉਹਨਾਂ ਨੂੰ ਤਿਆਗ ਕੇ ਸਬਰ ਸੰਤੋਖ ਦੇ ਵਿੱਚ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਨਾ ਸ਼ੁਰੂ ਕਰ ਦਿੱਤਾ। ਤੇ ਇਸੇ ਤਰ੍ਹਾਂ ਕਹਿੰਦੇ ਉਹਨਾਂ ਦਾ ਮਨ ਵੀ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਹੈ। ਕਹਿਤ ਗਿਰਾ ਹੋਵੇ ਤੀਨ ਬਹੂਰੀ, ਦਰਸ ਲਾਲ ਸਾਰੀ ਦੇ ਨਾ ਥੂਰੀ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਰਾਏ ਬੁਲਾਰ ਜੀ ਬਚਨ ਕਰਦੇ ਨੇ, ਕਹਿੰਦੇ ਮੇਰੇ ਮਨ ਦੇ ਵਿੱਚ ਹਰ ਵੇਲੇ ਤੁਹਾਡੇ ਦਰਸ਼ਨਾਂ ਦੀ ਤਾਂਘ ਲੱਗੀ ਰਹਿੰਦੀ ਹੈ। ਤੁਮ ਗਮਨੇ ਅਬ ਪੁਰ ਸੁਲਤਾਨਾ, ਮੋਹੇ ਹੋਤ ਬ੍ਰਿਹ ਕਸ਼ਟ ਮਹਾਨਾ। ਕਹਿੰਦੇ ਤੁਸੀਂ ਹੁਣ ਵਾਪਸ ਸੁਲਤਾਨਪੁਰ ਨੂੰ ਜਾ ਰਹੇ ਹੋ, ਕਹਿੰਦੇ ਮੇਰੇ ਕੋਲੋਂ ਇਹ ਵਿਛੋੜਾ ਸਹਿਆ ਨਹੀਂ ਜਾਵੇਗਾ। ਪ੍ਰੀਤ ਬਿਲੋਕ ਹਿਰਦੇ ਮਹਿ ਸਾਚੀ, ਕਮਲ ਬਦਨ ਪੁਨ ਗਿਰਾ ਉਬਾਚੀ। ਇਸੇ ਤਰ੍ਹਾਂ ਹੁਣ ਰਾਏ ਬੁਲਾਰ ਜੀ ਦੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਪ੍ਰੀਤ ਦੇਖ ਕੇ ਨਾ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖੜੇ ਤੋਂ ਹੁਣ ਬਚਨ ਉਚਾਰਨ ਕੀਤੇ ਹਨ। ਚਿਤ ਚੇਤੇ ਰਾਖੋ ਅਵਨੀਪਾ, ਮੈਂ ਹੋ ਤੁਮਰੇ ਸਦਾ ਸਮੀਪਾ। ਕਹਿੰਦੇ ਜਿਹੜੇ ਬਚਨ ਤੁਸੀਂ ਹੁਣ ਸਰਵਣ ਕੀਤੇ ਨੇ ਨਾ, ਤੁਸੀਂ ਇਹਨਾਂ ਬਚਨਾਂ ਦੇ ਉੱਤੇ ਜਦੋਂ ਪਹਿਰਾ ਦੇਵੋਗੇ, ਤੁਸੀਂ ਪਰਮਾਤਮਾ ਦੇ ਨਾਮ ਦੀ ਬੰਦਗੀ ਕਰੋਗੇ, ਤਾਂ ਤੁਸੀਂ ਇਹ ਮਹਿਸੂਸ ਕਰੋਗੇ ਕਿ ਮੈਂ ਤੁਹਾਡੇ ਹਮੇਸ਼ਾ ਹੀ ਤੁਹਾਡੇ ਨਾਲ ਵਿਚਰਦਾ ਹਾਂ। ਅਸ ਪ੍ਰਕਾਰ ਦੇ ਕਰ ਉਰ ਧੀਰਾ, ਘਰ ਆਏ ਪੁਨ ਗੁਣੀ ਗਹੀਰਾ। ਇਸੇ ਤਰ੍ਹਾਂ ਗੁਣਾਂ ਦੀ ਖਾਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਏ ਬੁਲਾਰ ਜੀ ਨੂੰ ਉਪਦੇਸ਼ ਦੇ ਕੇ ਵਾਪਸ ਆਪਣੇ ਘਰ ਪਹੁੰਚ ਗਏ ਹਨ। ਮਿਲੀ ਮਾਤੁਰ ਪ੍ਰੇਮ ਬੜਾਈ, ਵਿਸ਼ਰਤ ਵਸ ਜਿਉ ਤੇ ਧੇਨ ਲਵਾਈ। ਕਹਿੰਦੇ ਜਦੋਂ ਵਾਪਸ ਘਰ ਦੇ ਵਿੱਚ ਆ ਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮਾਤਾ ਜੀ ਨੂੰ ਦੱਸਿਆ ਵੀ ਅਸੀਂ ਵਾਪਸ ਸੁਲਤਾਨਪੁਰ ਦੀ ਧਰਤੀ ਜਾ ਰਹੇ ਹਾਂ। ਮਾਂ ਅਤੇ ਪੁੱਤ ਦਾ ਜਿਹੜਾ ਪ੍ਰੇਮ ਸੀ, ਉਹ ਆਪਸ ਦੇ ਵਿੱਚ ਜਿਹੜਾ ਪਿਆਰ ਸੀ, ਹੁਣ ਵਿਛੋੜਾ ਮਾਂ ਦੇ ਕੋਲੋਂ ਵੀ ਨਹੀਂ ਸਹਿ ਗਿਆ। ਕਹਿੰਦੇ ਜਿਵੇਂ ਇੱਕ ਗਾਂ ਦੇ ਨਾਲੋਂ ਬੱਚਾ ਵਿਛੜਦਾ ਨਾ, ਤੇ ਉਹ ਤੜਫਦੀ ਹੈ, ਤਰਲੋ ਮੱਛੀ ਹੁੰਦੀ, ਇਸੇ ਤਰ੍ਹਾਂ ਕਹਿੰਦੇ ਮਾਤਾ ਜੀ ਦੀ ਹੁਣ ਹਾਲਤ ਜਿਹੜੀ ਹੈ ਉਹ ਦੇਖੀ ਨਹੀਂ ਜਾ ਰਹੀ। ਆਸਕ ਦੇਤ ਪਲੋਸਤ ਮਾਥਾ, ਮਨੇ ਮਨਾਵਤ ਸ਼੍ਰੀ ਜਗਨਨਾਥਾ। ਇਸੇ ਤਰ੍ਹਾਂ ਕਹਿੰਦੇ ਹੁਣ ਮਾਤਾ ਜੀ ਨੇ ਵੀ ਆਪਣੇ ਪੁੱਤਰ ਨੂੰ ਤੇ ਆਪਣੀ ਨੂੰਹ ਨੂੰ ਅਸੀਸਾਂ ਦਿੱਤੀਆਂ ਨੇ, ਤੇ ਨਾਲ ਹੀ ਨਾਲ ਉਹਨਾਂ ਦਾ ਮੱਥਾ ਪਲੋਸਿਆ, ਪਿਆਰ ਦਿੱਤਾ ਹੈ। ਤੇ ਇਸੇ ਤਰ੍ਹਾਂ
ਆਪਣੇ ਮਨ ਦੇ ਵਿੱਚ ਜਗਤ ਦੇ ਮਾਲਕ ਦੀ ਕਹਿੰਦੇ ਮਾਤਾ ਜੀ ਆਰਾਧਨਾ ਕਰਦੇ ਹਨ। ਸੁਤ ਕੀ ਕੁਸ਼ਲ ਕਰੋ ਸਭ ਕਾਲਾ, ਮਹਾਂਪੁਰਖ ਤੁਮ ਦੀਨ ਦਿਆਲਾ। ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਆਰਾਧਨਾ ਕਰਦੇ ਹੋਏ ਮਾਤਾ ਜੀ ਆਖਦੇ ਨੇ ਕਿ ਤੁਸੀਂ ਮੇਰੇ ਪੁੱਤਰ ਦੀ ਸਦਾ ਰੱਖਿਆ ਕਰੋ, ਤੁਸੀਂ ਸਾਰਿਆਂ ਦੀ ਰੱਖਿਆ ਕਰਨ ਵਾਲੇ ਹੋ, ਮੇਰੇ ਪੁੱਤਰ ਦੀ ਵੀ ਰੱਖਿਆ ਕਰਨੀ। ਕਹਿੰਦੇ ਤੁਸੀਂ ਮਹਾਂਪੁਰਖ ਹੋ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਕਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਵਾਪਸ ਸੁਲਤਾਨਪੁਰ ਦੀ ਧਰਤੀ ਪਹੁੰਚ ਕੇ ਕਿਹੋ ਜਿਹੇ ਕਾਰਜ ਦੁਆਰਾ ਤੋਂ ਆਰੰਭ ਕਰਦੇ ਨੇ, ਉਹ ਵਿਚਾਰਾਂ ਅਗਲੇਰੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।